Hello students, welcome you all in biology class. Dear students, today we will do part 3 of cell, in which we will do the leftover organelles of the chapter. So first of all is mitochondria. Mitochondria organelle ਜਿਹੜੀ ਬੇਟਾ यूकैरियोटिक सेल्स ਦੇ ਵਿੱਚ present है. Already ਸਾਨੂੰ ਪਤਾ ਕਿ membranous जो organelles ने they are absent in prokaryotes. Eukaryotes ਦੇ ਵਿੱਚ mitochondria it is a double membrane bound structure. Important है, ठीक है. Double membrane structure है, having outer and inner membrane. Main के जो mitochondria that is the powerhouse of the cell. जो एनर्जी बॉडी ਦੇ ਵਿੱਚ ਪ੍ਰੋਵਾਈਡ ਕਰਾਉਂਦੇ ਆ ਸੈਲਸ ਇੰਡੀਵਿਜੂਅਲ ਸੈਲਸ ਦੇ ਵਿੱਚ ਜੋ એનર્ਜੀ ਦੀ ਪ੍ਰੋਡਕਸ਼ਨ ਕੌਣ ਕਰਦਾ ਮਾਈਟੋਕੌਂਡਰੀਆ ਠੀਕ ਹੈ ATP એનર્ਜੀ ਹੁੰਦੀ ਹੈ ਲੋਅਰ ਕਲਾਸਿਸ 'ਚ ਵੀ ਤੁਸੀਂ ਸੁਣਿਆ ਹੋਣਾ ਜੋ ਵੀ ਫੋਰ ਐਗਜ਼ਾਮਪਲ ਆਪਾਂ ਹਿਊਮਨ ਬੀਇੰਗਸ ਦੇ ਵਿੱਚ ਮਸਲਸ ਦੀ ਮੂਵਮੈਂਟ ਹੁੰਦੀ ਆ ਆਪਾਂ ਤੁਰਦੇ ਆ ਫਿਰਦੇ ਆ ਹਰ ਇੱਕ ਕੰਮ ਲਈ એનર્ਜੀ ਚਾਹੀਦੀ ਹੈ ਨਾ that energy is in the form of ATP which is produced by mitochondria. ATP ਕੀ ਹੁੰਦਾ ਅਡੀਨੋਸਿਨ ਟ੍ਰਾਈਫਾਸਫੇਟਿਕ ਮੋਲੀਕਿਊਲ ਹੈ ਜੋ ਕਿ ਸਾਡੇ ਨੈਕਸਟ ਚੈਪਟਰ ਬਾਇਓਮੋਲੀਕਿਊਲਸ ਦਾ ਪਾਰਟ ਹੈ ਸੋ ਮਾਈਟੋਕੌਂਡਰੀਆ ਦੇ ਆਰ ਦ ਸਾਈਟਸ ਆਫ ਐਰੋਬਿਕ ਰੈਸਪੀਰੇਸ਼ਨ ਜੋ ਵੀ ਫੂਡ ਹੁੰਦਾ ਉਸ ਫੂਡ ਦੇ ਪ੍ਰੋਡਕਸ਼ਨ ਜਦੋਂ ਇਨ ਦ ਫਾਰਮ ਆਫ એનર્ਜੀ ਹੁੰਦੀ ਹੈ ਠੀਕ ਹੈ ਫੂਡ ਤੋਂ એનર્ਜੀ ਬਣਦੀ ਆ ਉਸ ਪ੍ਰੋਸੈਸ ਨੂੰ ਕਿਹਾ ਜਾਂਦਾ ਬੇਟਾ ਰੈਸਪੀਰੇਸ਼ਨ ਇੰਡੀਵਿਜੂਅਲ ਸੈੱਲ ਦੇ ਵਿੱਚ ਇਹ ਰੈਸਪੀਰੇਸ਼ਨ ਦਾ ਜੋ ਪ੍ਰੋਸੀਜਰ ਹੈ ਇਹ ਮਾਈਟੋਕੌਂਡਰੀਆ 'ਚ ਹੀ ਹੁੰਦਾ ਅਤੇ ਨਾਲ ਹੀ ਸੈਲੂਲਰ એનર્ਜੀ ਇਨ ਦਾ ਫਾਰਮ ਆਫ ATP ਇਜ਼ ਪ੍ਰੋਡਿਊਸਡ ਠੀਕ ਹੈ ਜੋ ਮਾਈਟੋਕੌਂਡਰੀਆ ਦੀ ਇਨਰ ਮੈਂਬਰੇਨ ਆ ਸੈਕਿੰਡ ਆਪਾਂ ਨੈਕਸਟ ਡਾਇਗਰਾਮ ਦੇ ਵਿੱਚ ਦੇਖਾਂਗੇ ਅਸੀਂ ਕਿਹਾ ਆਊਟਰ ਐਂਡ ਇਨਰ ਮੈਂਬਰੇਨ ਇਜ਼ ਪ੍ਰੈਜ਼ੈਂਟ ਇਨ ਮਾਈਟੋਕੌਂਡਰੀਆ ਇਨਰ ਮੈਂਬਰੇਨ ਹੈਜ਼ ਇਨਫੋਲਡਿੰਗਸ ਠੀਕ ਹੈ ਇਹ ਇਨਫੋਲਡਿੰਗਸ ਪ੍ਰੈਜ਼ੈਂਟ ਨੇ ਤੇ ਇਨਫੋਲਡਿੰਗਸ ਦੇ ਆਰ ਕਾਲਡ ਕ੍ਰਿਸਟਾ ਇਨਫੋਲਡਿੰਗਸ ਕਿਸ ਚੀਜ਼ ਲਈ ਹੁੰਦੀਆਂ ਨੇ ਟੂ ਇਨਕਰੀਜ਼ ਦਾ ਸਰਫੇਸ ਏਰੀਆ ਠੀਕ ਹੈ ਜੋ ਮੈਂਬਰੇਨਸ ਨੇ ਦੇ ਹੈਵ ਇੰਜ਼ਾਈਮਸ ਜੋ ਵੀ ਮਾਈਟੋਕੌਂਡਰੀਆ ਦੇ ਵਿੱਚ ਰਿਐਕਸ਼ਨਸ ਹੁੰਦੀਆਂ ਨੇ ਸਾਰੀਆਂ ਇੰਜ਼ਾਈਮਸ ਇਹਨਾਂ ਦੋਨੋਂ ਮੈਂਬਰੇਨਸ ਦੇ ਉੱਤੇ ਹੀ ਪ੍ਰੈਜ਼ੈਂਟ ਹੁੰਦੀਆਂ ਨੇ ਤੇ ਇਨਰ ਮੈਂਬਰੇਨ ਇਨਫੋਲਡਿੰਗ ਪ੍ਰੈਜ਼ੈਂਟ ਹੁੰਦੀ ਆ ਸਰਫੇਸ ਏਰੀਆ ਕਿਵੇਂ ਇਨਕਰੀਜ਼ ਹੋਇਆ ਫੋਰ ਐਗਜ਼ਾਮਪਲ ਇਹ ਤੁਸੀਂ ਬਾਰ-ਬਾਰ ਪੜ੍ਹੋਗੇ ਹਰ ਸਿਸਟਮ ਦੇ ਵਿੱਚ ਜਿੱਥੇ ਵੀ ਕੋਈ ਵੀ ਤਰ੍ਹਾਂ ਦੀਆਂ ਫੋਲਡਿੰਗਸ ਪ੍ਰੈਜ਼ੈਂਟ ਹੋਣ ਮੇਨ ਕਾਹਦੇ ਲਈ ਹੁੰਦਾ ਸਰਫੇਸ ਏਰੀਆ ਇਨਕਰੀਜ਼ ਕਰਨ ਲਈ ਦੇਖੋ ਜੇਕਰ ਸਾਡੇ ਕੋਲ ਆ ਇੱਕ ਸਪੈਸੀਫਿਕ ਏਰੀਆ ਠੀਕ ਹੈ ਇੱਥੇ ਆ ਸਰਫੇਸ ਏਰੀਆ ਹੈ ਜਾਂ ਸਟ੍ਰੇਟ ਲਾਈਨ ਬਟ ਇੰਨੇ ਕੁ ਏਰੀਆ ਦੇ ਵਿੱਚ ਜੇ ਫੋਲਡਿੰਗਸ ਪ੍ਰੈਜ਼ੈਂਟ ਨੇ ਤਾਂ ਦੇਖੋ ਓਵਰਆਲ ਜੋ ਏਰੀਆ ਹੈ ਇਨਕਰੀਜ਼ ਹੋ ਗਿਆ ਸੋ ਸਰਫੇਸ ਏਰੀਆ ਇਨਕਰੀਜ਼ ਹੋਣ ਕਰਨ ਲਈ ਠੀਕ ਹੈ ਫੋਲਡਿੰਗਸ ਪ੍ਰੈਜ਼ੈਂਟ ਨੇ ਇਨ ਮਾਈਟੋਕੌਂਡਰੀਆ ਨੈਕਸਟ ਇਜ਼ ਦ ਮੈਟ੍ਰਿਕਸ ਆਫ ਮਾਈਟੋਕੌਂਡਰੀਆ ਜੋ ਕੰਪਾਰਟਮੈਂਟ ਬਣਿਆ ਹੋਇਆ ਮਾਈਟੋਕੌਂਡਰੀਆ ਦੇ ਵਿੱਚ ਇਨਰ ਕੰਪਾਰਟਮੈਂਟ that is called matrix that contain DNA molecules very important mitochondria जो एक organelle है present in eukaryotic cell have DNA molecule having RNA also and they have ribosome and synthesize some of their proteins ਤਾਂ ਆਪਾਂ ਨੈਕਸਟ ਕਰਾਂਗੇ ਜੋ ਮਾਈਟੋਕੌਂਡਰੀਆ ਉਸ 'ਚ ਸਾਰੀਆਂ ਚੀਜ਼ਾਂ ਪ੍ਰੈਜ਼ੈਂਟ ਨੇ ਇਸ ਕਰਕੇ ਇਹਨੂੰ ਸੈਮੀ ਆਟੋਨੋਮਸ ਔਰਗੈਨਲੀ ਵੀ ਕਿਹਾ ਜਾਂਦਾ ਠੀਕ ਹੈ ਤਾਂ ਸਾਰੀ ਮਸ਼ੀਨਰੀ ਇਹਦੇ 'ਚ ਪ੍ਰੈਜ਼ੈਂਟ ਆ ਜੋ ਇੱਕ ਸੈੱਲ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ ਉਹੋ ਜਿਹੀ ਮਸ਼ੀਨਰੀ ਇਸ 'ਚ ਵੀ ਪ੍ਰੈਜ਼ੈਂਟ ਹੈ ਅਤੇ ਆਪਦਾ ਹੀ DNA ਪ੍ਰੈਜ਼ੈਂਟ ਹੈ ਆਪਦੇ ਆਪ ਨੂੰ ਡਿਵਾਈਡ ਵੀ ਕਰ ਸਕਦਾ ਸੋ ਦੈਟਸ ਵਾਈ ਦੇ ਆਰ ਕਾਲਡ ਐਜ਼ ਸੈਮੀ ਆਟੋਨੋਮਸ ਕਿ ਹਾਫ ਇਹ ਆਪਣੇ ਆਪ ਜੋ ਡਿਵਾਈਡ ਹੋ ਜਾਂਦੀਆਂ ਨੇ ਇੱਕ ਤਰ੍ਹਾਂ ਨਾਲ ਇੱਕ ਲਿਵਿੰਗ ਸੈੱਲ ਦੀ ਤਰ੍ਹਾਂ ਬਿਹੇਵ ਕਰਦੀ ਹੈ ਮਾਈਟੋਕੌਂਡਰੀਆ ਨੈਕਸਟ ਔਰਗੈਨਲੀ ਹੈ ਪਲਾਸਟਿਡਸ Plastids are also found in the euglenoids ठीक है
ਪਲਾਂਟ ਸੈਲਸ ਦੇ ਨਾਲ ਹਿਊਗਲਿਨੋਇਡਸ ਦੇ ਵਿੱਚ ਵੀ ਪ੍ਰੈਜ਼ੈਂਟ ਹੁੰਦਾ। ਐਂਡ ਪਲਾਸਟਿਡ ਇਜ਼ ਆਫ 3 ਟਾਈਪਸ, ਕਲੋਰੋਪਲਾਸਟ, ਕ੍ਰੋਮੋਪਲਾਸਟ ਐਂਡ ਲਿਊਕੋਪਲਾਸਟ। ਕਲੋਰੋਪਲਾਸਟ ਕਾਮਨਲੀ ਸਾਨੂੰ ਪਤਾ ਲੋਅਰ ਕਲਾਸਿਸ ਅਸੀਂ ਪੜ੍ਹਦੇ ਹਾਂ, ਵਿੱਚ ਕੰਟੇਨ ਕਲੋਰੋਫਿਲ ਐਂਡ ਕੈਰੋਟੀਨੋਇਡਸ। Chromoplast contain carotene and xanthophyll and leucoplast are colorless plastids। ਤਾਂ ਤੁਸੀਂ ਇਹਨਾਂ ਦੀਆਂ ਡੈਫੀਨੇਸ਼ਨਸ ਕਰਨੀਆਂ ਨੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ। Chloroplast that contain chlorophyll, so they photosynthesize in and it is present in, we know, in plant cells. That's why plants are autotrophic. They can prepare their food because of presence of this chloroplast. Chromoplast, which is present in plant cells, that provide color to different parts of plant। जो भी ਅਸੀਂ कलर देखते हैं, येलो ऑरेंज फ्लावर्स का कलर आ जा, ठीक है, लीव्स का कलर भी ग्रीन क्यों आ, क्लोरोप्लास्ट ऑर्गेनली करके। Chromoplast provide color to different parts of plant and leucoplast, they are colorless plastids that store food। ਤੇ ਇਹਦੇ ਚ ਜੋ ਅਸੀਂ ਲਰਨ ਕਰਨਾ ਬੇਟਾ, ਡਿਫਰੈਂਟ ਟਰਮਸ। ਲਿਊਕੋਪਲਾਸਟ ਨੇ ਅਮਾਈਲੋਪਲਾਸਟ ਦੇ ਵਿੱਚ ਕਾਰਬੋਹਾਈਡਰੇਟਸ ਸਟੋਰ ਹੁੰਦੇ ਨੇ, ਇਲਾਇਓਪਲਾਸਟ ਦੇ ਵਿੱਚ ਆਇਲਸ ਐਂਡ ਅਲਿਊਰੋਪਲਾਸਟ ਦੇ ਵਿੱਚ ਪ੍ਰੋਟੀਨਸ। ਕਈ ਵਾਰੀ 1 ਮਾਰਕ ਦੇ ਕੁਐਸਚਨ ਦੇ ਅੰਡਰ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ, ਲਿਊਕੋਪਲਾਸਟ ਦੇ ਜੋ ਟਾਈਪਸ ਨੇ ਫਰਦਰ ਉਹਨਾਂ ਦੇ ਵਿੱਚ ਕਿਹੜਾ ਫੂਡ ਸਟੋਰ ਹੁੰਦਾ। ਨੈਕਸਟ ਹੈ ਪਲਾਸਟਿਡਸ ਦਾ ਇੰਟਰਨਲ ਸਟਰਕਚਰ। ਚੰਗੀ ਤਰ੍ਹਾਂ ਸਮਝਣੀਆਂ ਸਾਰੀਆਂ ਟਰਮਸ, ਕਿਉਂਕਿ ਡਾਇਗਰਾਮ ਵੀ ਡਰਾ ਕਰਨੀ ਆ ਜਾਂਦੀ ਹੈ ਜਾਂ ਲੇਬਲਿੰਗ ਆਫ ਦਾ ਡਾਇਗਰਾਮ। Chloroplasts are also double membrane structures, ठीक है, like mitochondria, they are also double membrane। Space limited by inner membrane is called stroma। Inside the inner membrane जो भी space present है बेटा ਉਹਨੂੰ ਕਿਹਾ ਜਾਂਦਾ stroma। ਪਹਿਲੀ term ਆ ਗਈ ਤੁਹਾਡੇ ਲਈ stroma ਦੀ, ठीक है, this is stroma। ਹੁਣ next term है thylakoids। देखो thylakoids ने they are present in stroma, they are stacks like piles of coins called grana। ਹੁਣ ਇਹ ਕੀ ਨੇ thylakoids? ਦੇਖੋ ਇਹ ਵੀ membranous structures ਨੇ। क्लोरोप्लास्ट ने फोटोसिंथेसिस ਦਾ ਰੋਲ ਆ ਜਿਹੜਾ ਪਲੇ ਕਰਨਾ, ਠੀਕ ਹੈ। ਤੇ ਮੈਂਬਰੇਨ ਸੈਕਸ ਪ੍ਰੈਜ਼ੈਂਟ ਹੁੰਦੇ ਨੇ, ਜਿਵੇਂ ਮੈਂਬਰੇਨ ਆ ਇੱਦਾਂ ਮੈਂਬਰੇਨ ਸੈਕਸ ਆਰ ਪ੍ਰੈਜ਼ੈਂਟ which are called as thylakoids। ਤੇ ਜੇਕਰ ਇਹ thylakoids ਇੱਦਾਂ ਇੱਕ ਦੂਜੇ ਦੇ ਉੱਪਰ ਲਾਈ ਕਰ ਰਹੇ ਨੇ, ਜਿਵੇਂ ਅਸੀਂ ਕਹਿ ਦਈਏ ਕਿ ਕੋਇਨਸ ਪਏ ਨੇ ਇੱਕ ਦੂਜੇ ਦੇ ਉੱਪਰ, ਅਸੀਂ ਕੋਇਨਸ ਰੱਖੇ ਨੇ, ਲਿਖਿਆ ਹੋਇਆ ਨਾ ਪਾਈਲਸ ਆਫ ਕੋਇਨਸ, ਤਾਂ ਓਵਰਆਲ ਉਹਨਾਂ ਥਾਈਲਾਕੋਇਡਸ ਨੂੰ ਹੀ ਟਰਮ ਦਿੱਤੀ ਜਾਂਦੀ ਹੈ ਗ੍ਰੈਨਾ। ਤਾਂ ਕਨਫਿਊਜ਼ ਨਹੀਂ ਹੋਣਾ, ਗ੍ਰੈਨਾ ਤੇ ਥਾਈਲਾਕੋਇਡ ਦੇ ਵਿੱਚ ਡਿਫਰੈਂਸ ਸਾਨੂੰ ਕਲੀਅਰ ਹੋਣਾ ਚਾਹੀਦਾ। ਥਾਈਲਾਕੋਇਡ ਕੀ ਆ? ਇੰਡੀਵਿਜੂਅਲ ਜੋ ਸਟੈਕ ਹੈ, ਠੀਕ ਹੈ, ਇੰਡੀਵਿਜੂਅਲ ਸੌਰੀ ਜੋ ਇੱਕ ਮੈਂਬਰੇਨ ਸੈਕ ਪ੍ਰੈਜ਼ੈਂਟ ਆ, ਤੇ ਇਹਨਾਂ ਸੈਕਸ ਦਾ ਹੀ ਸਟੈਕ ਇੱਕ ਢੇਰੀ, ਠੀਕ ਹੈ, ਇੱਕ ਬਣੀ ਹੋਵੇ ਲਾਈਕ ਪਾਈਲਸ ਆਫ ਕੋਇਨਸ, ਓਵਰਆਲ ਉਹਨੂੰ ਕਿਹਾ ਜਾਂਦਾ ਗ੍ਰੈਨਾ। ਤਾਂ ਥਾਈਲਾਕੋਇਡ ਤੇ ਗ੍ਰੈਨਾ, ਠੀਕ ਹੈ, ਸੇਮ ਸਟਰਕਚਰ ਦੀ ਬਣੇ ਹੋਏ ਨੇ, ਥਾਈਲਾਕੋਇਡਸ ਹੀ ਇਕੱਠੇ ਹੋ ਕੇ ਗ੍ਰੈਨਾ ਬਣਾਉਂਦੇ ਨੇ। ਹੁਣ ਜੋ ਸਟ੍ਰੋਮਾ ਓਵਰਆਲ ਇੰਟਰਨਲ जो structure है internal of the inner membrane of chloroplast that contain enzymes for synthesis of protein and carbohydrates। Also a double strand circular DNA and ribosome is present in stroma। ਹੁਣ stroma word ਵੀ clear ਹੋ ਗਿਆ ਤੁਹਾਨੂੰ। ਹੁਣ ਇਹ ਕੀ ਹੈ? stroma lamella ਕੀ ਹੁੰਦਾ? ਦੇਖੋ बेटा ओवरऑल जो थाइलाकोइड्स ने वो मैंब्रेनस स्ट्रक्चर्स ही ने, ठीक है, मैंब्रेनस स्ट्रक्चर्स ने ते आपस दे विच ਉਹ जॉइंट ने, ओवरऑल मैंब्रेनस स्ट्रक्चर ने। ਤਾਂ ਜਿਹੜੀ ਇਹ ਜੁਆਇਨਿੰग ਆ, इट इज़ ऑल्सो आ कि ਇਹ बेटा सेम जो एक्सटेंशन ही है थाइलाकोइड ਦੀ, बट ਇਹਨੂੰ टर्म डिफरेंट देती स्ट्रोमा लैमिला ਦੀ, ठीक है, स्ट्रोमा लैमिला। ਇਹ डिफरेंट टर्म्स ਕਿਉਂ ਨੇ? ਇਹ ਅਸੀਂ ਯੂਨਿਟ 4 ਦੇ ਵਿੱਚ ਜਦੋਂ ਫੋਟੋਸਿੰਥੇਸਿਸ ਦਾ ਪਾਰਟ ਕਰਨਾ, ਉਹ 'ਚ ਅਸੀਂ ਇੰਜ਼ਾਈਮਸ ਕਰਾਂਗੇ ਕਿ ਕਿੱਥੇ ਫੋਟੋਸਿੰਥੇਸਿਸ ਦਾ ਸਾਈਕਲ ਆਉਂਦਾ,
ਜਾਂ ਕਿੱਥੇ ਕਿਹੜੀਆਂ ਐਂਜ਼ਾਈਮਸ ਪ੍ਰੈਜ਼ੈਂਟ ਨੇ ਤਾਂ ਉੱਥੇ ਟਰਮ ਸਾਰੀਆਂ ਯੂਜ਼ ਕੀਤੀਆਂ ਜਾਂਦੀਆਂ ਕਿ ਥਾਈਲਾਕੋਇਡ ਦੇ ਵਿੱਚ ਇਹ ਪ੍ਰੈਜ਼ੈਂਟ ਆ, ਸਟ੍ਰੋਮਾ ਲੈਮੀਲੇ ਕੰਟੇਨ ਦਿਸ ਦੈਟ। ਤਾਂ ਉਦੋਂ ਇਹ ਸਾਰੀਆਂ ਟਰਮਸ ਤੁਹਾਡੇ ਕੰਮ ਆਉਂਦੀਆਂ ਨੇ। ਹੁਣ ਤੁਸੀਂ ਇੱਥੇ ਹੀ ਕਲੀਅਰ ਕਰ ਲੈਣਾ ਕਿ ਅਸੀਂ 3 ਟਰਮਸ ਥਾਈਲਾਕੋਇਡ, ਗ੍ਰੈਨਾ, ਸਟ੍ਰੋਮਾ ਲੈਮੀਲੇ, ਠੀਕ ਹੈ, ਇਹ ਸਾਰੀਆਂ ਟਰਮਸ ਇੱਥੇ ਪੜ੍ਹੀਆਂ ਨੇ ਅਤੇ ਇਹਨਾਂ ਦਾ ਮੀਨਿੰਗ ਕੀ ਹੈ, ਠੀਕ ਹੈ। ਹਾਂਜੀ, ਨੈਕਸਟ ਹੈ both mitochondria and chloroplasts, they are called as semi autonomous organelles। important question ਆ, ਰੀਜ਼ਨਿੰਗ ਟਾਈਪ ਕੁਐਸਚਨ ਵੀ ਤੁਹਾਨੂੰ ਆ ਜਾਂਦਾ ਐਗਜ਼ਾਮ ਦੇ ਵਿੱਚ। ਕਿਉਂ ਕਹਿੰਦੇ ਨੇ ਇਹਨਾਂ ਨੂੰ? both transform energy, generate ATP। डिफरेंस की है बेटा, जो क्लोरोप्लास्ट था दैट इज प्रेजेंट ओनली इन प्लांट सेल्स। माइटोकॉन्ड्रिया दे आर प्रेजेंट इन ऑल यूकैरियोटिक सेल्स, ठीक है। एंड नेक्स्ट, why they are semi autonomous? because they divide on their own, they have their own internal ribosome, DNA and enzyme। this is the reason why mitochondria and chloroplast are called semi autonomous। ਹੋਪ ਕਿ ਤੁਹਾਨੂੰ ਇਹ ਕਲੀਅਰ ਹੋ ਗਿਆ ਸੈਮੀ ਆਟੋਨੋਮਸ ਟਰਮ ਵੀ ਤੇ ਦੋਨਾਂ ਦੇ ਸਟਰਕਚਰ ਵੀ, ਦੋਨੋਂ ਹੀ ਡਬਲ ਮੈਂਬਰੇਨ ਔਰਗੈਨਲੀਜ਼ ਸੀ, ਠੀਕ ਹੈ। ਨੈਕਸਟ ਔਰਗੈਨਲੀ ਆਉਂਦੀ ਹੈ ਰਾਈਬੋਜ਼ੋਮਸ। ਰਾਈਬੋਜ਼ੋਮ ਟਰਮ ਅਸੀਂ ਪ੍ਰੋਕੈਰੀਓਟਸ ਵੀ ਕੀਤੀ ਹੋਈ ਹੈ, ਠੀਕ ਹੈ। ਰਾਈਬੋਜ਼ੋਮ ਦੇ ਆਰ ਵਿਦਾਊਟ ਐਨੀ ਮੈਂਬਰੇਨ ਐਂਡ they are called as protein factories of cell। ਰਾਈਬੋਜ਼ੋਮ ਪ੍ਰੋਟੀਨਸ ਬਣਾਉਣ 'ਚ ਕੰਮ ਆਉਂਦੇ ਆ। 2 ਸਬ ਯੂਨਿਟਸ ਦੀਆਂ ਬਣੀਆਂ ਹੁੰਦੀਆਂ, ਲਾਰਜ ਐਂਡ ਸਮੌਲ। ਐਂਡ ਯੂਕੈਰੀਓਟਿਕ ਸੈਲਸ ਹੈਵ 80s ਰਾਈਬੋਜ਼ੋਮ। ਇਹ ਟਰਮ ਅਸੀਂ ਪ੍ਰੋਕੈਰੀਓਟਿਕ ਜੋ ਰਾਈਬੋਜ਼ੋਮ ਸੀ ਉਹ 'ਚ ਵੀ ਕੀਤਾ ਕਿ ਪ੍ਰੋਕੈਰੀਓਟਿਕ ਰਾਈਬੋਜ਼ੋਮ ਕੰਟੇਨ 70s ਰਾਈਬੋਜ਼ੋਮ। ਤਾਂ ਇਹਨਾਂ ਦਾ S ਦਾ ਮੀਨਿੰਗ ਕੀ ਆਪਾਂ ਆਲਰੇਡੀ ਡਿਸਕਸ ਕੀਤਾ ਹੋਇਆ। ਦਿਸ ਇਜ਼ ਅ ਸਵੈਡਬਰਗਸ ਯੂਨਿਟ ਔਰ ਸੈਡੀਮੈਂਟੇਸ਼ਨ ਕੋਫੀਸ਼ੀਐਂਟ, ਠੀਕ ਹੈ। ਤੇ ਇਹ ਕੀ ਹੈ? ਸੈਂਟਰੀਫਿਊਗੇਸ਼ਨ ਕੋਫੀਸ਼ੀਐਂਟ ਆ ਕਿ ਸੈਂਟਰੀਫਿਊਜ ਕਰਨ ਤੋਂ ਬਾਅਦ ਔਰਗੈਨਲੀਜ਼ ਦੀ ਕੀ ਡਾਇਮੈਂਸ਼ਨ ਆਉਂਦੀ ਹੈ, ਇੱਕ ਯੂਨਿਟ ਆ ਜਿਹੜੀ ਰਿਪਰਜੈਂਟ ਕਰਦੀ ਇਹਨੂੰ, ਠੀਕ ਹੈ। ਆਲਰੇਡੀ ਅਸੀਂ ਲਾਸਟ ਵੀਡੀਓ ਡਿਸਕਸ ਕੀਤਾ ਹੋਇਆ। ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਤਾਂ उस वीडियो ਨੂੰ ਦੁਬਾਰਾ ਦੇਖ ਲੈਣ। ਰਾਈਬੋਜ਼ੋਮਸ ਦਾ ਟੌਪਿਕ ਸਪੈਸ਼ਲੀ ਪ੍ਰੋਕੈਰੀਓਟਿਕ ਰਾਈਬੋਜ਼ੋਮ ਇਨ ਫਸਟ ਵੀਡੀਓ, ਠੀਕ ਹੈ। नेक्स्ट है यूकैरियोटिक सेल also contain the cytoskeleton। cyto means cell, skeleton to provide support to cell। ਤਾਂ जनरल आइडिया ਤੁਹਾਨੂੰ ਹੋਣਾ ਚਾਹੀਦਾ। डायग्राम नहीं ਤੁਸੀਂ draw ਕਰਨੇ। this is just to represent various types of cytoskeleton structures। what are they? ਹੁਣ ਸਾइटोस्केलेटन ਦੇ ਕੀ ਕੰਪੋਨੈਂਟ ਨੇ? ਮਾਈਕਰੋਟਿਬਿਊਲਸ, ਮਾਈਕਰੋਫਿਲਾਮੈਂਟਸ ਐਂਡ ਇੰਟਰਮੀਡੀਏਟ ਫਿਲਾਮੈਂਟਸ, ਠੀਕ ਹੈ। ਇੰਟਰਮੀਡੀਏਟ ਫਿਲਾਮੈਂਟਸ, ਮਾਈਕਰੋਟਿਬਿਊਲਸ ਟਿਊਬ ਲਾਈਕ ਸਟਰਕਚਰਸ ਹੁੰਦੇ ਨੇ। ਮਾਈਕਰੋਫਿਲਾਮੈਂਟਸ ਦੇਖੋ ਇਹਨਾਂ 'ਚ ਸਪੈਸ਼ਲ ਟਾਈਪ ਆਫ ਪ੍ਰੋਟੀਨਸ ਪ੍ਰੈਜ਼ੈਂਟ ਹੁੰਦੇ ਨੇ। ਅਸੀਂ ਇੰਨੀ ਡਿਟੇਲ ਨਹੀਂ ਕਰਨੀ। ਜਨਰਲ ਇਹ ਹੈ ਕਿ ਇੱਕ ਸਪੋਰਟ ਜਾਂ ਸਟਰਕਚਰ ਸੈੱਲ ਨੂੰ ਪ੍ਰੋਵਾਈਡ ਕਰਾਉਣ ਲਈ ਉਹਦੇ ਵਿੱਚ ਪ੍ਰੋਟੀਨਸ ਨੇ ਬਣਾਏ ਹੋਏ ਆ ਸਪੋਰਟ ਲਈ। ਸਕੈਲੇਟਨ ਟਾਈਪ, ਜਿਵੇਂ ਆਪਣੇ ਵਿੱਚ ਬੋਨਸ ਦਾ ਸਕੈਲੇਟਨ ਆ, ਠੀਕ ਹੈ। ਤਾਂ ਸੈੱਲ ਦੇ ਵਿੱਚ ਸਾਈਟੋਸਕੈਲੇਟਨ ਪ੍ਰੈਜ਼ੈਂਟ ਹੁੰਦਾ। ਉਹ ਟਿਊਬੂਲਿਨ ਪ੍ਰੋਟੀਨ ਦਾ ਵੀ ਬਣਿਆ ਹੋ ਸਕਦਾ ਜਿਹਦੇ ਨਾਲ ਬਣਦੇ ਆ ਮਾਈਕਰੋਟਿਬਿਊਲਸ। ਉਹ ਐਕਟਿਨ ਦਾ ਵੀ ਬਣਿਆ ਹੋ ਸਕਦਾ ਜਿਸ ਦੇ ਨਾਲ ਬਣਦੇ ਆ ਮਾਈਕਰੋਫਿਲਾਮੈਂਟ। ਸਾਈਟੋਸਕੈਲੇਟਨ ਦੇ ਨਾਲ ਨਾਲ ਇੱਕ ਸੈਂਟਰੀਓਲ ਟਾਈਪ ਔਰਗੈਨਲੀ ਇਜ਼ ਆਲਸੋ ਪ੍ਰੈਜ਼ੈਂਟ ਮੇਨਲੀ ਇਨ ਐਨੀਮਲ ਸੈੱਲ। ਅਸੀਂ ਪਲਾਂਟ ਤੇ ਐਨੀਮਲ ਸੈੱਲ ਦੇ ਡਿਫਰੈਂਸਿਸ ਦੇ ਵਿੱਚ ਵੀ ਕੀਤੀ ਹੋਈ ਆ। ਸੈਂਟਰੀਓਲ ਦੈਟ ਇਜ਼ ਅ ਸਿਲੰਡਰ ਲਾਈਕ ਸਟਰਕਚਰ ਵਿਚ ਫੰਕਸ਼ਨ ਇਨ ਸੈੱਲ ਡਿਵੀਜ਼ਨ। ਸੈਂਟਰੀਓਲ ਟਰਮ ਅਸੀਂ ਨੈਕਸਟ ਸਲਾਈਡ ਦੇ ਵਿੱਚ ਕਰਨੇ। ਤੁਹਾਡੇ ਬੁੱਕ ਦੇ ਵਿੱਚ ਅਲੱਗ ਤੋਂ ਟੌਪਿਕ ਵੀ ਹੈ ਸੈਂਟਰੀਓਲ ਦਾ, ਪਰ ਇੱਥੇ ਤਾਂ ਦੱਸਿਆ ਹੋਇਆ ਕਿਉਂਕਿ ਉਹ ਸੈਂਟਰੀਓਲ ਵੀ ਇਹਨਾਂ ਟਾਈਪ ਜੋ ਇਹ ਟਾਈਪ ਨੇ ਫਿਲਾਮੈਂਟਸ ਦੀਆਂ, ਠੀਕ ਹੈ, ਇਹਨਾਂ ਟਾਈਪ ਤੋਂ ਹੀ ਬਣਦਾ। ਇਹਨਾਂ ਦੇ ਸਟਰਕਚਰ ਤੋਂ ਹੀ ਜੋ ਸੈਂਟਰੀਓਲ ਆ ਉਹਦੀ ਫਾਰਮੇਸ਼ਨ ਹੁੰਦੀ ਹੈ। ਤਾਂ ਸਾਈਟੋਸਕੈਲੇਟਨ ਬੇਟਾ ਕਲੀਅਰ ਹੋਣਾ ਚਾਹੀਦਾ। ਟੂ ਪ੍ਰੋਵਾਈਡ ਸਟਰਕਚਰ ਟੂ ਸੈੱਲ, ਮੇਨ ਟਰਮ ਇਹ ਹੈ ਸਾਈਟੋਸਕੈਲੇਟਨ ਦੀ ਕਿ ਉਹਦਾ ਫੰਕਸ਼ਨ ਕੀ ਆ ਅਤੇ ਉਹਦੇ 'ਚ ਕੀ ਕੰਪੋਨੈਂਟਸ ਹੁੰਦੇ ਨੇ। ਮੇਨਲੀ ਸਿਰਫ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਨੈਕਸਟ ਆਉਂਦਾ ਸੀਲੀਆ ਐਂਡ ਫਲੈਜੀਲਾ। ਇੰਪੋਰਟੈਂਟ, ਇਹਨੂੰ ਕਲੀਅਰ ਕਰ ਲੈਣਾ। ਸੀਲੀਆ ਕੀ ਹੁੰਦੇ ਨੇ, ਫਲੈਜੀਲਾ ਕੀ ਹੁੰਦੇ ਨੇ। ਦੋਨੋਂ ਹੀ ਜੋ ਸੀਲੀਆ ਫਲੈਜੀਲਾ ਨੇ ਸਿਮਿਲਰ ਇਨ ਸਟਰਕਚਰ ਹੁੰਦੇ ਨੇ,
but cilia, they are short hair-like structures. Flagella, they are long hair-like structure. Flagella, they extend from plasma membrane and used to move the entire cell. Mainly movement च help करदा flagella. Cilia, they are short hair-like structure. They are also to move entire cell. ये भी movement च help करदा. Plus कई cells ਦੇ ਵਿੱਚ जो cilia, ठीक है, ਜਿਵੇਂ ਸੀਲੀਆ ਲਾਈਨਿੰਗ ਸਾਡੀ ਰੈਸਪੀਰੇਟਰੀ ਟਰੈਕਟ ਦੇ ਵਿੱਚ ਆ, ਜਿਵੇਂ ਅਸੀਂ ਸਾਹ ਲੈਂਦੇ ਆ, ਠੀਕ ਹੈ, ਤਾਂ ਸਾਡੀ ਰੈਸਪੀਰੇਸ਼ਨ ਦਾ ਜੋ ਪੂਰਾ ਟਰੈਕਟ ਆ, ਜੋ ਪਾਥਵੇ, ਉਹਦੇ ਉੱਤੇ ਸੀਲੀਆ ਪ੍ਰੈਜ਼ੈਂਟ ਹੁੰਦੇ ਨੇ। ਉਹ ਉੱਥੇ ਕੀ ਰੋਲ ਪਲੇ ਕਰਦੇ ਨੇ? ਦੇ ਟਰੈਪ ਦਾ ਪਾਰਟੀਕੂਲੇਟ ਮੈਟਰ, ਜੋ ਵੀ ਡਸਟ ਪਾਰਟੀਕਲਸ ਅਸੀਂ, ਠੀਕ ਹੈ, ਨੱਕ ਰਾਹੀਂ ਅੰਦਰ ਲੈ ਜਾਂਦੇ ਆ, ਉਹਨਾਂ ਨੂੰ ਟਰੈਪ ਕਰਦੇ ਨੇ ਤੇ ਉਹਨਾਂ ਨੂੰ ਬਾਹਰ ਕੱਢਦੇ ਨੇ। ਦੇ ਮੂਵ ਦੈਮ ਆਊਟ, ਠੀਕ ਹੈ। ਤਾਂ ਸੀਲੀਆ ਦੇ ਦੋ ਰੋਲ ਹੋ ਗਏ ਸਾਡੇ ਕੋਲ। ਫਲੈਜੀਲਾ ਦਾ ਮੇਨਲੀ ਫॉर मूवमेंट, ठीक है, सीलिया भी मूवमेंट लिए। अच्छा, तो दोनों का जो इंटरनल स्ट्रक्चर है बेटा वो बिल्कुल सेम हाँ, दे बिल्ट ऑन कॉमन फंडामेंटल प्लान। तो तुहाडी बुक दे विच डायग्राम भी प्रेजेंट है, ये इंपॉर्टेंट है डायग्राम। सीलिया ते फ्लैजिला दे मूव बिकॉज ऑफ इंटरैक्शन ऑफ सैट ऑफ माइक्रोट्यूब्यूल्स। माइक्रोट्यूब्यूल्स असी साइटोस्कैलेटन च भी पढ़िया बेटा, इत्थे भी उही माइक्रोट्यूब्यूल लाए जो उन्हां दी इंटरैक्शनस नाल स्ट्रक्चर बनिया होया, ते कलैक्टिवली उन्हां नूं टर्म दित्ती जांदी है एक्सोनीम, ठीक है। तो एक्सोनीम टर्म दित्ती जांदी है इन्हां नूं, ठीक है। ओवरऑल की है प्लाज्मा मैंब्रेन आउटर कवरिंग आ, जो कोर आ इंटरनल दैट इज कॉल्ड एक्सोनीम। तो तुहानूं एक्सोनीम का स्ट्रक्चर ड्रॉ करना आ जांदा। ਹੁਣ ਐਗਜ਼ੋਨੀਮ ਦੇ ਵਿੱਚ ਕੀ ਆ? ਦੈਟ ਇਜ਼ ਆ ਸਰਕਲ ਆਫ 9 ਡਬਲੇਟਸ। ਟੋਟਲ 9 ਡਬਲੇਟਸ ਪ੍ਰੈਜ਼ੈਂਟ ਨੇ। ਡਬਲੇਟ ਮੀਨਸ ਕਿ ਮਾਈਕਰੋਟਿਊਬਿਊਲਸ ਦੇ ਦੋ ਦੋ ਰਿੰਗ ਬਣੇ ਹੋਏ ਨੇ। ਇੱਕ ਰਿੰਗ ਪੂਰਾ ਕੰਪਲੀਟ ਹੈ ਜੇਕਰ ਤੁਸੀਂ ਧਿਆਨ ਨਾਲ ਦੇਖੋ, ਠੀਕ ਹੈ। ਇੱਕ ਰਿੰਗ ਬਿਲਕੁਲ ਕੰਪਲੀਟ ਹੈ ਬੇਟਾ, ਤੇ ਇੱਕ ਰਿੰਗ ਹਾਫ ਪ੍ਰੈਜ਼ੈਂਟ ਹੈ, ਠੀਕ ਹੈ। ਕੰਪਲੀਟ ਰਿੰਗ ਐਂਡ हाफ रिंग इज़ प्रैजेंट, तो डबलेट फॉर्म होंदा। तो इहो जे साडे कोल 9 डबलेट्स ने। इन बिटवीन जो उन्होंने जॉइन करता है ग्रीन कलर का डायनिन एक प्रोटीन प्रैजेंट होंदा। तो स्ट्रक्चर मेनली ड्रॉ करना आ जाता, ठीक है। वो डिटेल स्ट्रक्चर असी लिखण लई तुहानूं नहीं आउंदी, तुहाडी बुक दे विच इन्नी डिटेल है भी नहीं, ठीक है। सेंटर दे विच जो दो माइक्रोट्यूब्यूल्स ने स्ट्रक्चर वो पूरे प्रैजेंट होंदे ने। तो इनू ओवरऑल कहा जाता 9+2 अरेंजमेंट। ये समझ आना चाहिए तुहानूं, क्वेश्चन आ सकता 9+2 अरेंजमेंट कित्थे प्रैजेंट होंदा, ठीक है। माइक्रोट्यूब्यूल्स का तो कित्थे होंदा बेटा, तो तुहानूं क्लीयर होना चाहिए दैट इज़ प्रैजेंट इन इंटरनल स्ट्रक्चर ऑफ सीलिया एंड फ्लैजिला, ठीक है। क्योंकि सिमिलर स्ट्रक्चर ही नैक्सट असी जो सेंट्रीओल्स करनियां ने ਉਹਦੇ ਵਿੱਚ ਵੀ ਇਹੋ ਜਿਹਾ ਸਟਰਕਚਰ ਮਾਈਕਰੋਟਿਊਬਿਊਲਸ ਦਾ ਮਿਲਣਾ, ਠੀਕ ਹੈ। ਬਟ ਉੱਥੇ ਟ੍ਰਿਪਲੇਟ ਹੁੰਦਾ, ਇਹ ਡਬਲੇਟ ਸਟਰਕਚਰ ਹੈ ਇੱਥੇ, ਠੀਕ ਹੈ। ਉੱਥੇ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ। ਹਾਂਜੀ, ਨੈਕਸਟ ਉਹੀ ਪਾਰਟ ਅਸੀਂ ਕਰਨਾ ਸੈਂਟਰੋਜ਼ੋਮਸ। ਸੈਂਟਰੋਜ਼ੋਮ ਕੰਟੇਨ 2 ਸੈਂਟਰੀਓਲਸ। ਤਾਂ ਚਾਹੇ ਸੈਂਟਰੀਓਲ ਆ ਜੇ ਪੇਪਰ ਦੇ ਵਿੱਚ, ਚਾਹੇ ਸੈਂਟਰੋਜ਼ੋਮ, ਤਾਂ ਦੋਨੋਂ ਸੇਮ ਹੀ ਚੀਜ਼ ਆ, ਠੀਕ ਹੈ। ਸੈਂਟਰੋਜ਼ੋਮ ਇਜ਼ ਐਨ ਔਰਗੈਨਲੀ containing 2 cylindrical structures called centrioles। ਤਾਂ ਦੋ centrioles present ਹੁੰਦੇ animal cells ਚ ਹੁੰਦਾ mainly, important point and it can overall ਇਹਨੂੰ ਕਹਿੰਦੇ centrosome। each centriole is made up of 9 fibrils of tubulin protein। same ਜੋ ਅਸੀਂ ਪਿੱਛੇ ਪੜ੍ਹਿਆ, ਇਹਦੇ ਵਿੱਚ ਵੀ tubulin proteins ਨੇ 9 sets ਬਣੇ ਹੁੰਦੇ ਨੇ। central part ਜੋ ਉਹਨੂੰ hub ਕਿਹਾ ਜਾਂਦਾ, एंड पैरीफरल जो फिब्रिल्स प्रैजेंट ने पैरीफरी के साइडों के उत्ते दे आर कॉल्ड एज स्पोक्स। तो देखो बेटा इत्थे ट्रिपलेट स्ट्रक्चर प्रैजेंट आ, ठीक है, ट्रिपलेट ट्यूबुलिन प्रैजेंट आ। तो उधर असी पिछे सीलिया एंड फ्लैजिला च देखा कि उत्थे डबलेट स्ट्रक्चर प्रैजेंट होंदा, ठीक है। हुण ओवरऑल 3 तरह के असी स्ट्रक्चर्स कीते ने ट्यूबुलिन प्रोटीन से ही, कि साइटोप्लाज्मा दे विच एज अ साइटोस्कैलेटन सपोर्ट प्रोवाइड कराउण लई माइक्रोट्यूब्यूल्स प्रैजेंट ने।
ਇਹ ਜਨਰਲ ਤੁਹਾਨੂੰ ਸਮਝਾਉਣ ਲਈ ਹੈ ਕਿ ਤੁਹਾਨੂੰ ਡਿਫਰੈਂਸ ਵੀ ਕਲੀਅਰ ਹੋਵੇ। ਦੈਨ ਅਸੀਂ ਸੀਲੀਆ ਤੇ ਫਲੈਜੇਲਾ, ਇੱਥੇ ਸੀਲੀਏਰੀ ਡਬਲਟ ਲਿਖਿਆ ਹੋਇਆ, ਉੱਥੇ ਡਬਲਟ ਦੀ ਫਾਰਮ ਦੇ ਵਿੱਚ ਇੱਦਾਂ ਟਿਬਿਊਲਸ ਪ੍ਰੈਜ਼ੈਂਟ ਹੁੰਦੇ ਨੇ। ਐਂਡ ਲਾਸਟ ਇਜ਼ ਸੈਂਟਰੀਓਲ, ਉਹਦੇ 'ਚ ਟ੍ਰਿਪਲਟ ਦੇ ਵਿੱਚ ਟਿਬਿਊਲਸ ਪ੍ਰੈਜ਼ੈਂਟ ਹੁੰਦੇ ਨੇ। ਹੋਪ ਕਿ ਤੁਹਾਨੂੰ ਤਿੰਨੋਂ ਟਰਮਸ ਕਲੀਅਰ ਹੋ ਗਈਆਂ, ਠੀਕ ਹੈ। ਸਾਈਟੋਸਕੈਲੇਟਨ ਕਿਵੇਂ ਬਣਿਆ ਹੁੰਦਾ, ਸੀਲੀਆ ਫਲੈਜੀਲਾ ਕਿਵੇਂ ਬਣੇ ਹੋਏ ਨੇ, ਐਂਡ ਲਾਸਟ ਸੈਂਟਰੀਓਲ ਵਿਚ ਇਜ਼ ਪ੍ਰੈਜ਼ੈਂਟ ਓਨਲੀ ਇਨ ਐਨੀਮਲ ਸੈੱਲ। ਅਸੀਂ ਡਿਫਰੈਂਸਿਸ 'ਚ ਕੀਤੇ ਹੋਏ ਨੇ ਪੁਆਇੰਟ, ਤੇ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਣਾ, ਠੀਕ ਹੈ। ਤਾਂ ਲਾਸਟ ਪਾਰਟ ਹੈ ਤੁਹਾਡੀ ਸਿਲੇਬਸ ਚੈਪਟਰ ਦਾ, ਦੈਟ ਇਜ਼ ਨਿਊਕਲੀਅਸ। ਨਿਊਕਲੀਅਸ it is present in center of animal cell and in at a side of plant cell, क्योंकि plant cell ਦੇ ਵਿੱਚ center ਦੇ ਵਿੱਚ ਬੇਟਾ ਕੀ present ਹੁੰਦਾ, large vacuole। ਜੇ ਤੁਸੀਂ plant ਤੇ animal cell ਦੀ ਦੁਬਾਰਾ ਡਾਇਗਰਾਮ ਦੇਖੋ, ਠੀਕ ਹੈ। ਤਾਂ nucleus also, nucleus term is related with eukaryotic cell, क्योंकि prokaryotic cell ਦੇ ਵਿੱਚ nuclear membrane absent ਹੋਣ ਕਰਕੇ ਉੱਥੇ term ਅਸੀਂ nucleus ਨਹੀਂ यूज ਕਰਦੇ, ठीक है। ਹੁਣ nucleus ਕੀ ਆ, it is a highly extended nucleoprotein fiber called chromatin। ਇਹਦੇ ਵਿੱਚ ਕੀ ਕੀ present ਹੁੰਦਾ, chromatin। chromatin ਕੀ ਹੈ ਬੇਟਾ, ਅੱਗੇ ਆਪਾਂ ਕਰਾਂਗੇ। ਐਕਚੁਅਲੀ chromatin ਦੇ ਵਿੱਚ ਕੀ present ਹੁੰਦਾ, DNA, ਠੀਕ ਹੈ। chromatin DNA ਦਾ ਹੀ ਬਣਿਆ ਹੁੰਦਾ, ਠੀਕ ਹੈ। ਤਾਂ ਨੈਕਸਟ ਨਿਊਕਲੀਅਰ ਮੈਟ੍ਰਿਕਸ ਪ੍ਰੈਜ਼ੈਂਟ ਹੁੰਦਾ ਨਿਊਕਲੀਅਸ ਦੇ ਅੰਦਰ, ਤੇ ਨਿਊਕਲੀਓਲਾਈ, ਠੀਕ ਹੈ। ਨਿਊਕਲੀਓਲਸ ਸਟਰਕਚਰ ਪ੍ਰੈਜ਼ੈਂਟ ਹੁੰਦਾ। ਅੱਗੇ ਅਸੀਂ ਇਹਨਾਂ ਦੇ ਰੋਲ ਤੇ ਸਟਰਕਚਰ ਦੀ ਡਾਇਗਰਾਮ ਦੇਖਾਂਗੇ, ਉੱਥੋਂ ਜ਼ਿਆਦਾ ਕਲੈਰਿਟੀ ਹੋਊਗੀ। ਹੁਣ ਨਿਊਕਲੀਅਸ ਇਜ਼ ਆਲਸੋ ਅ ਡਬਲ ਮੈਂਬਰੇਨ ਸਟਰਕਚਰ। ਆਊਟਰ ਮੈਂਬਰੇਨ ਇਜ਼ ਕੰਟੀਨਿਊਸ ਵਿਦ ਐਂਡੋਪਲਾਸਮਿਕ ਰੈਟੀਕਿਊਲਮ। ਆਲਰੇਡੀ ਅਸੀਂ ਐਂਡੋ ਮੈਂਬਰੇਨ ਸਿਸਟਮ ਲਾਸਟ ਵੀਡੀਓ 'ਚ ਕੀਤਾ, ਉਹਦੇ 'ਚ ਵੀ ਅਸੀਂ ਕਰਦੇ ਹਾਂ ਕਿ ਨਿਊਕਲੀਅਸ ਦੀ ਆਊਟਰ ਮੈਂਬਰੇਨ ਦੀ ਐਕਸਟੈਂਸ਼ਨ ਤੋਂ ਹੀ ਐਂਡੋ ਮੈਂਬਰੇਨ ਸਿਸਟਮ ਆ ਜਿਹੜਾ ਸ਼ੁਰੂ ਹੋ ਜਾਂਦਾ, ਠੀਕ ਹੈ। ਸੋ ਦੈਟ ਇਜ਼ continuous with endoplasmic reticulum and bears ribosomes on it। ਹੁਣ chromatin material ਜੋ ਨਿਊਕਲੀਅਸ ਦੇ ਅੰਦਰ ਪ੍ਰੈਜ਼ੈਂਟ ਆ, that change into chromosome। ਜਦੋਂ ਵੀ ਸੈੱਲ ਨੇ ਡਿਵਾਈਡ ਕਰਨਾ ਹੁੰਦਾ ਤਾਂ ਉਹ chromatin material ਆ ਬਹੁਤ ਕੋਇਲ, ਠੀਕ ਹੈ, ਹੋ ਕੇ ਇੱਦਾਂ ਦਾ ਸਟਰਕਚਰ ਫਾਰਮ ਕਰ ਲੈਂਦਾ, ਜਿਹਨੂੰ ਅਸੀਂ ਟਰਮ ਦੇ ਦਿੰਦੇ ਹਾਂ ਕ੍ਰੋਮੋਸੋਮ। ਦੇਖੋ ਟਰਮਸ ਹੀ ਚੇਂਜ ਹੋ ਰਹੀਆਂ ਨੇ, ਠੀਕ ਹੈ। ਲੋਐਸਟ ਲੈਵਲ ਤੇ DNA ਹੀ ਆ। DNA ਅਟੈਚ ਹੁੰਦਾ ਪ੍ਰੋਟੀਨਸ ਨਾਲ, ਤੇ ਉਹਦੀ ਜੋ ਕੋਇਲਿੰਗ ਆ ਸ਼ੁਰੂ ਹੋ ਜਾਂਦੀ ਹੈ, ਤਾਂ ਉਸ ਲਈ ਟਰਮ ਆਪਾਂ ਕਹਿੰਦੇ ਕ੍ਰੋਮੈਟਿਨ ਫਾਈਬਰਸ। ਕ੍ਰੋਮੈਟਿਨ ਫਰਦਰ ਕੋਇਲ ਹੋ ਕੇ ਕ੍ਰੋਮੋਸੋਮ ਦੀ ਸ਼ੇਪ ਲੈ ਲੈਂਦੇ ਨੇ ਜਦੋਂ ਸੈੱਲ ਨੇ ਡਿਵਾਈਡ ਕਰਨਾ ਹੁੰਦਾ। ਤਾਂ ਟਰਮਸ ਕਲੀਅਰ ਨੇ, ਰਿਲੇਟਡ ਵਿਦ ਕਿਹਦੇ ਲਈ ਨਾਲ ਰਿਲੇਟਡ ਨੇ, ਜੈਨੇਟਿਕ ਮਟੀਰੀਅਲ ਜੋ DNA ਹੈ, ਠੀਕ ਹੈ। ਹੁਣ ਦਿਸ ਇਜ਼ ਦਾ ਡਾਇਗਰਾਮੈਟਿਕ ਸਟਰਕਚਰ ਆਫ ਨਿਊਕਲੀਅਸ having nucleoplasm inside it, जो nuclear matrix आ, nucleolus is present, ठीक है, different structure present आ, and nuclear membrane double membrane आ, in between membrane ਦੇ pores present ने, कि जो भी nucleus ਦੇ ਵਿੱਚ RNA ਜਾਂ DNA RNA ਦੀ formation ਹੁੰਦੀ ਆ, ठीक है, they all move out of the cell। ਰਾਈਬੋਸੋਮ ਦੀ formation ਵੀ ਇਹਦੇ ਨਿਊਕਲੀਓਲਸ ਦੇ ਵਿੱਚ ਹੁੰਦੀ ਹੈ। ਨੈਕਸਟ ਅਸੀਂ ਫੰਕਸ਼ਨਸ ਕਰਨੇ ਆ। ਹੁਣ ਇੱਕ ਵਾਰੀ ਬੇਟਾ ਇੱਥੇ ਧਿਆਨ ਨਾਲ ਦੇਖੋ, ਨਿਊਕਲੀਅਸ ਦੇ ਅੰਦਰ ਜੋ ਵੀ DNA ਮਟੀਰੀਅਲ ਆ, ਐਕਚੁਅਲੀ ਉਹਦੀ ਕੋਇਲਿੰਗ ਕੀ ਹੁੰਦੀ ਆ। ਸਭ ਤੋਂ ਪਹਿਲਾਂ ਕੀ ਹੈ ਸਾਡੇ ਕੋਲ DNA ਸਟਰਕਚਰ ਆ, ਡਬਲ ਹੈਲਿਕਸ ਸਟਰਕਚਰ ਹੁੰਦਾ। ਡਬਲ ਹੈਲਿਕਸ ਮੀਨਸ ਦੋ ਸਟ੍ਰੈਂਡਸ ਆਪਸ ਦੇ ਵਿੱਚ ਕੋਇਲ ਹੋਏ ਹੁੰਦੇ ਆ, ਠੀਕ ਹੈ। ਤਾਂ ਤੁਹਾਨੂੰ ਇੱਥੇ ਵੀ ਕਲੀਅਰ ਆ। DNA ਫਰਦਰ ਕੋਇਲ ਹੋ ਕੇ ਤੇ ਪ੍ਰੋਟੀਨਸ ਦੇ ਨਾਲ ਲੱਗ ਕੇ, ਠੀਕ ਹੈ, ਕ੍ਰੋਮੈਟਿਨ ਦੀ ਫਾਰਮੇਸ਼ਨ 'ਚ ਆ ਜਾਂਦਾ, ਤੇ ਫਰਦਰ ਉਹਦੀ ਕੋਇਲਿੰਗ ਹੁੰਦੀ ਹੈ, ਐਂਡ ਦੈਟ ਫਾਰਮ ਕ੍ਰੋਮੋਸੋਮ। ਤਾਂ ਇਹ ਜਨਰਲ ਸਟਰਕਚਰ ਤੁਹਾਨੂੰ ਦਿਖਾਇਆ ਹੋਇਆ ਕਿ ਕ੍ਰੋਮੋਸੋਮ ਦੀ ਫਾਰਮੇਸ਼ਨ ਕਿਵੇਂ ਹੋ ਜਾਂਦੀ ਹੈ। ਐਂਡ ਇਨ ਐਵਰੀ ਕ੍ਰੋਮੋਸੋਮ, ਹੁਣ ਹਰੇਕ ਕ੍ਰੋਮੋਸੋਮ ਦਾ ਸਟਰਕਚਰ ਕੀ ਹੈ, that has a primary constriction in between। ਇਸ ਕੰਸਟ੍ਰਕਸ਼ਨ ਨੂੰ ਕਿਹਾ ਜਾਂਦਾ ਬੇਟਾ ਸੈਂਟਰੋਮੀਅਰ। ਸੈਂਟਰੋਮੀਅਰ ਦੇ ਆਲੇ ਦੁਆਲੇ ਪ੍ਰੈਜ਼ੈਂਟ ਹੁੰਦੀ ਹੈ ਇੱਕ ਡਿਸਕ ਸ਼ੇਪ ਸਟਰਕਚਰ ਕਾਲਡ ਕਾਈਨੈਟੋਕੋਰ। ਇਹ ਇੰਪੋਰਟੈਂਟ ਡੈਫੀਨੇਸ਼ਨਸ ਨੇ,
ठीक है। काइनेटोकोर याद रखना कि एक डिस्क शेप स्ट्रक्चर आ, सेंट्रल जो कंस्ट्रिक्शन आ जाती है जितों सानू ऐ लगता कि अटैचमेंट आ, ठीक है। तो इत्थे थिन जो स्ट्रक्चर आ उन्होंने बोलते सेंट्रोमीयर। सेंट्रोमीयर इज कवर्ड बाय काइनेटोकोर, ठीक है। नैक्सट इस काइनेटोकोर या सेंट्रोमीयर की जो पोजीशन आ उस दे बेस से क्रोमोसोम नू 4 टाइप्स दे विच डिस्ट्रीब्यूट किया जाता, वंडिया जाता। ये इंपॉर्टेंट क्वेश्चन आ, कई बार आ जाता एग्जाम दे विच कि क्रोमोसोम दियां टाइप्स ऑन बेसिस ऑफ पोजीशन ऑफ सेंट्रोमीयर दसिया जान। तो नंबर 1 जिहड़ा है दैट इज मैटासेंट्रिक क्रोमोसोम। मैटा मीनस मिड, बिल्कुल मिड ते सेंट्रोमीयर प्रेजेंट होवे, दैट इज मैटासेंट्रिक। नैक्सट इज सब मैटासेंट्रिक, मिड तो थोड़ा जिहा हटवा प्रेजेंट होवे सेंट्रोमीयर, दैट इज सब मैटासेंट्रिक। दैन टीलोसेंट्रिक। टीलोसेंट्रिक की हुंदा बेटा वैन सेंट्रोमीयर इज सिचुएटेड क्लोज टू इट्स एंड, ठीक है, अपने एंड दे क्लोजली लाई करदा होवे, जिहदे नाल साडे कोल एक शॉर्ट आर्म आ जे एंड वन वैरी लॉन्ग आर्म, ठीक है। एक लॉन्ग आर्म आ गई अपने कोल बेटा, एक शॉर्ट आर्म। लास्ट है टीलोसेंट्रिक विच हैज़ टर्मिनल सेंट्रोमीयर, बिल्कुल टिप ते टर्मिनल सेंट्रोमीयर प्रेजेंट, वैरी शॉर्ट आर्म उपर, ठीक है, ते नीचे वैरी लॉन्ग आर्म आ जाती है। हुण एक होर टर्म आ क्रोमोसोम्स नाल रिलेटेड, जदों भी स्टेनिंग की जाती है, इलैक्ट्रॉन माइक्रोस्कोप अंडर देखे जाते, ऑबजर्व किए जाते क्रोमोसोम, तो क्रोमोसोम के कुछ रीजनस यह जे होंगे आ जिन्हां ते स्टेन नहीं होंगे, जिन्हां तक कोई कलर नहीं आता, अलग दिखते हैं सानू। सम क्रोमोसोम हैव नॉन स्टेनिंग सैकेंडरी कंस्ट्रक्शन, ठीक है, उत्थे एक होर कंस्ट्रक्शन प्रेजेंट होंदी है ते उहदे नाल साडे कोल एक स्मॉल फ्रैगमेंट उपर आ जाती है जिन्हों असीं टर्म दिंदे आ सैटेलाइट का। सो एक तो ये प्राइमरी कंस्ट्रक्शन है जिन्हों असीं सेंट्रोमीयर का नाम दिता, ठीक है, दिस इज कंस्ट्रक्शन इन क्रोमोसोम, टर्म दी है सेंट्रोमीयर। सम क्रोमोसोम है फरदर सैकेंडरी कंस्ट्रक्शन, तो उत्थे असीं जो साडे कोले दिस रीजन जिहड़ा आ जाता उन्होंने असीं बोलते हैं बेटा सैटेलाइट, ठीक है। तो सैटेलाइट प्रेजेंट होंदा साडे कोले। तो ओवरऑल बेटा तुहानूं जो असी न्यूक्लीयस कीता, न्यूक्लीयस का जो असी कह रहे हैं उहदे विच न्यूक्लियोलस प्रेजेंट होंदा ना, दिस इज न्यूक्लियोप्लाज्म, दिस इज न्यूक्लियोलस। हुण इहदा न्यूक्लियोलस का कई बार रोल आ जाता बेटा। न्यूक्लियोलस की है, कोई मैंब्रेन बाउंड स्ट्रक्चर नहीं है, इट इज़ आ साइट फॉर एक्टिव राइबोसोमल RNA सिंथेसिस, ठीक है। असी ऑलरेडी किया होया कि राइबोसोम्स से जो स्ट्रक्चर होंदा वो काहदा बनिया होंदा, प्रोटीन्स, ठीक है, प्रोटीन्स प्लस RNA। तो RNAs कित्थे बनते ने, न्यूक्लियोलस दे विच, ठीक है। सो मेनली इट इज़ आ साइट ऑफ सिंथेसिस ऑफ राइबोसोमल RNA, ठीक है, एक्टिव राइबोसोमल RNA। ये कई बार रोल आ जाता न्यूक्लियोलस का, क्लीयर होना चाहिए। ओवरऑल न्यूक्लीयस का की रोल आ, न्यूक्लीयस का मेन पार्ट आ सैल का, जिथे DNA की फॉर्मेशन होनी, जिन्हें कंट्रोल करना पूरी एक्टिविटी, ठीक है, सैल की, उन्होंने कंट्रोल करना। हुण असीं एक बारी ओवरव्यू देख लीए, समराइज्ड व्यू कि किहड़ियां ऑर्गेनलीज असीं कीतियां, गोल्जी अपरेटस, फिर असीं इंडिविजुअली हर एक दे फंक्शन करांगे, ठीक है। स्ट्रक्चर्स ने जो तुहानूं ड्रॉ करने आ सकते हैं। एंडोप्लाज्मिक रेटिकुलम रफ ते स्मूथ, उम्मीद है तुहानूं डिफरेंस क्लीयर होगा कि रफ के उत्ते राइबोसोम प्रेजेंट आ, स्मूथ के उत्ते एबसेंस आ राइबोसोम सी। दिस इज राइबोसोम हैविंग स्मॉल एंड लार्ज सब यूनिट। then this is nucleus containing nucleolus in it, which is the site of formation of ribosomal RNA. then this is cell membrane, again revise कर लो, cell membrane असी lipid plus protein सी कीती हुई है। लाइजोसोम जिहदे विच हाइड्रोलिटिक इंजाइम्स प्रेजेंट ने, ठीक है, जो सैल का वेस्ट भी रिमूव कर दिया जां डाइजेशन ऑफ सम इंपॉर्टेंट मॉलिक्यूल्स, ठीक है। then this is vacuole, वैक्यूल भी एक स्टोर हाउस है सैल दे विच, जिहदे विच मिनरल्स वाटर प्रेजेंट होंदे ने।
then these are centrioles जो microtubule structure ਦੇ ਬਣੇ ਹੁੰਦੇ ਨੇ. This is the cytoskeleton containing intermediate filaments, microfilaments, microtubules. Then here is mitochondria which is ये बेटा पावर हाउस ऑफ द सेल. ठीक है. ओके इत्थे एक प्लांट सैल दे ऑर्गेनली क्लोरोप्लास्ट ओके इत्थे एक प्लांट सैल दे ऑर्गेनली क्लोरोप्लास्ट मिसिंग है. ठीक है. क्लोरोप्लास्ट भी तुहानूं क्लीयर होना चाहिए. प्लास्टिड ओवरऑल प्लास्टिड कहने हैं विच इज़ क्लोरोप्लास्ट ਉਹਦੀ एक टाइप है. ठीक है. विच इज़ द साइट फॉर फोटोसिंथेसिस. सो समरी देखिए जे असीं इंडिविजुअल ऑर्गेनली ਜਾਂ इंडिविजुअल जो स्ट्रक्चर है सैल का ਉਹਦੇ रोल का. फस्ट ऑफ ऑल प्लाज्मा मैंब्रेन मूवमेंट इन द सैल जो मटीरियल इन ਜਾਂ आउट ऑफ द सैल मूव ਹੁੰਦੇ ਨੇ. ਤੇ प्लाज्मा मैंब्रेन सारे यूकैरियोटिक सैल्स ਦੇ ਵਿੱਚ ਪ੍ਰੈਜ਼ੈਂਟ ਹੁੰਦੀ ਆ. also in prokaryotic cell wall is present in plants only and it provides special shape structure to the plant cell. Then nucleus is called as brain of the cell. It contains DNA. ठीक है. सारी एक्टिविटी कंट्रोल करता सेल दी. न्यूक्लियोलस it makes ribosomes. असीं क्या पहला कि राइबोसोमल RNA दी सिंथेसिस इस न्यूक्लियोलस च हुंदी है. ठीक है. राइबोसोम बनिया ही RNA प्लस प्रोटीन्स आ. ठीक है. देन स्मूथ और रफ ER. स्मूथ एंडोप्लाज्मिक रेटिकुलम मेक लिपिड्स एंड रफ मेक प्रोटीन्स. देखो बेटा इस चार्ट तो तुहानूं एक तरह नाल हर एक दा मेन फंक्शन पता चलूगा. ठीक है. जदों भी तुहानूं किसी ऑर्गेनली ते नोट आउंदा तां ओह मेन रोल तुसीं जरूर लिखना. ठीक है. गोल्जी अपरेटस इट पैकेजेस एंड मेक प्रोटीन्स फंक्शनल सानू पता है एंडोमैम्ब्रेन सिस्टम का पार्ट ने चारों ऑर्गेनलीज. ठीक है. स्मूथ एंडोप्लाज्मिक या रफ एंडोप्लाज्मिक रेटिकुलम उन्होंने लिपिड ते प्रोटीन्स बनाए. गोल्जी अपरेटस ने उन्होंने प्रोटीन्स नू पैक किया. लाइजोसोम इट हेल्प्स टू डाइजेस्ट और डिस्ट्रॉय ओल्ड सेल पार्ट्स. वैक्यूल दे होल्ड वाटर एंड न्यूट्रीएंट्स इन इट. दैन साइटोप्लाज्म जो सैल ऑर्गेनलीज तो इलावा जो मटीरियल साइटोप्लाज्म प्रैजेंट आ उहदे च होर कैमिकल रिएक्शनस होंदियां ने. सारियां जो रिएक्शनस ने साइटोप्लाज्म दे विच हो रही ने. मेनली जिमें न्यूक्लियस आ सैल दा तां न्यूक्लियस दे विच RNA की फॉर्मेशन होनी आ ते साइटोप्लाज्म दे विच उसे ही RNA नू यूज़ करके प्रोटीन्स की फॉर्मेशन होनी आ. तो होर भी बहुत सारिया रिएक्शन साइटोप्लाज्म दे विच हुंदियां ने बेटा. नैक्सट है सेंट्रियोल. दे हैल्प ड्यूरिंग सैल डिवीजन. जो असी सैल साइकिल का चैप्टर करना नैक्सट टू नैक्सट 10th चैप्टर है तो उहदे विच जो मेन एनीमल सैल दे विच फॉर्मेशन हुंदी आ फाइबरस दी जिहदे करके सैल डिवाइड करता तो सेंट्रियोल्स की हैल्प नाल करता. Then mitochondria, this is the powerhouse of the cell, site for cellular respiration and form energy. Cytoskeleton, they give cell structure and helps in moving cell parts around. ठीक है. Then last cilia, flagella और microvilli like structure, they help the cell ठीक है to in its movement and interact with the environment. So ये overall हर एक ऑर्गेनली का जो पार्ट ऑफ द सैल हर एक का फंक्शन तुहानूं दस्सिया होया. तो उम्मीद है कि तुहानूं पूरा चैप्टर बेटा क्लीयर हो गया हो. 3 वीडियोज़ च असीं कवर किया तो तुसीं इसनूं जरूर अपने बुक्स दे विच रीड करना. थैंक्स फॉर लिसनिंग. हैव अ ग्रेट डे अहेड.